यस सर की क्वेश्चन ये था सी पता नहीं जी, मैनू की पता, ਤੁਹਾਨੂੰ पता होगा, ਤੁਹਾਨੂੰ ਦਿੱਤਾ ਸੀ क्वेश्चन। हाँ जी दिव्यांशी, कल वाले क्वेश्चन का की आंसर आएगा? सर आंसर ही नहीं निकला। आंसर ही नहीं मिला? इतना तो औखा कोई क्वेश्चन नहीं सीगा। हाँ जी मनप्रीत। मतलब ਸਰ ਉਹ ਕੁਐਸਚਨ ਦੇ ਵਿੱਚ ਇਕੱਲੀ એનર્ਜੀ ਟਰਾਂਸਫਾਰਮ ਹੋਊਗੀ, ਮਤਲਬ ਜਦੋਂ ਸਰ ਨਾਰਥ ਪੋਲ ਜਨਰੇਟ ਹੋਊਗਾ ਮੈਗਨੇਟ ਦੇ ਮੂਵ ਕਰਨ ਦੇ ਨਾਲ, ਤਾਂ ਉਸ ਟਾਈਮ ਤੇ ਆਪਾਂ ਸਰ ਉਸ ਫੋਰਸ ਦੇ ਅਗੇਂਸਟ ਵਰਕ ਡਨ ਕਰਾਂਗੇ। ਜਿਹੜਾ ਮਕੈਨੀਕਲ ਕੰਮ ਕਰਾਂਗੇ ਆਪਾਂ ਸਰ ਉਹ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਹੋ ਜਾਊਗਾ ਤੇ ਉਹਦੇ ਕਾਰਨ ਇੰਡਿਊਸ ਕਰੰਟ ਪ੍ਰੋਡਿਊਸ ਹੋਊਗਾ, ਤਾਂ એનર્ਜੀ ਟਰਾਂਸਫਰ। बहुत अच्छे, वेरी गुड, बहुत अच्छे। ਤਾਂ ਮਨਪ੍ਰੀਤ ਦਾ ਆਨਸਰ ਬਿਲਕੁਲ ਸਹੀ ਹੈ ਜੀ। ਜਿਵੇਂ ਤਾਂ ਮੇਰੇ ਕੋਲ ਇੱਧਰ ਪੈਟਰਨ ਦੇ ਵਿੱਚ ਕੀ ਨੇਮ ਆ ਰਹੇ ਸੀ, ਮੈਂ ਉਸ ਤਰੀਕੇ ਦੇ ਨਾਲ ਹੀ ਪੁੱਛਿਆ ਸੀਗਾ। ਮਨਪ੍ਰੀਤ ਨੇ ਬਿਲਕੁਲ ਰਾਈਟ ਆ। ਹੋਰ ਮੈਨੂੰ ਲੱਗਦਾ ਹਾਂਜੀ ਜਸ਼ਨ ਦੀ ਵੀ ਇੱਕ ਵਿਚਾਰ ਲੈਣਾ। ਹਾਂਜੀ ਜਸ਼ਨ ਜੀ ਕੀ ਲੱਗਦਾ ਹੈ, ਸਹੀ ਬੋਲ ਰਹੀ ਹੈ ਮਨਪ੍ਰੀਤ? ਹਾਂਜੀ ਸਾਕਸ਼ੀ, ਸਾਕਸ਼ੀ ਕੱਲ ਕੁਐਸਚਨ ਕੀ ਪੁੱਛਿਆ ਸੀ? ਮੈਂ ਕਈ ਬੱਚਿਆਂ ਨੂੰ ਕੁਐਸਚਨ ਹੀ ਨਹੀਂ ਪਤਾ ਹੈਗਾ। ਸਰ ਜੋ ਫੈਰਾਡੇ ਨੇ ਕਿਹਾ ਸੀ ਕਿ ਕਰੰਟ ਇੰਡਿਊਸ ਹੋਊਗਾ, ਤਾਂ ਮਤਲਬ ਇੱਕ ਜਣੇ ਨੇ ਉਹਨੂੰ ਅਪੋਜ਼ ਕੀਤਾ ਕਿ ਇਦਾਂ ਦਾ ਕਰੰਟ ਪ੍ਰੋਡਿਊਸ ਹੋ ਗਿਆ ਤਾਂ એનર્ਜੀ ਪ੍ਰੋਡਿਊਸ ਹੋਗੀ, ਜੋ ਕਿ ਲਾਅ ਆਫ ਕੰਜ਼ਰਵੇਸ਼ਨ ਆਫ એનર્ਜੀ ਦੇ ਅਗੇਂਸਟ ਹੈ। ਇਸ ਲਈ ਦਾ ਸਹੀ ਕੁਐਸਚਨ ਸੀ ਇਹ ਕੁਐਸਚਨ ਸੀਗਾ ਤੇ ਮਨਪ੍ਰੀਤ ਨੇ ਆਨਸਰ ਸਹੀ ਦਿੱਤਾ ਨਾ? ਯੈਸ ਸਰ। हाँ वेरी गुड, ठीक है जी, बहुत अच्छे। ਤਾਂ ਜਿਹੜਾ ਲੈਂਸਿਸ ਲਾਅ ਅਸੀਂ ਕੱਲ ਪੜ੍ਹਦੇ ਸੀਗੇ, ਲੈਂਸਿਸ ਲਾਅ, ਇਹਦੀ ਜੇ ਡੈਫੀਨੇਸ਼ਨ ਲਿਖਣੀ ਹੋਈ, ਮੈਂ ਡੈਫੀਨੇਸ਼ਨ ਕੀ ਲਿਖੂੰਗਾ? ਲੈਂਸਿਸ ਲਾਅ ਕੀ ਕਹਿੰਦਾ ਹੈ? it states that current is induced in the coil in such a way so that it opposes change in magnetic flux linked with the coil। ਇਹ ਜੋ coil ਦੇ ਨਾਲ ਮੈਗਨੈਟਿਕ ਫਲਕਸ ਜਿਹੜੀ ਕੀ ਹੈ ਲਿੰਕ ਹੋਈ ਹੈ, ਜਿਹੜੀ ਉਹ ਚੇਂਜ ਹੋ ਰਹੀ ਹੈ, ਉਹਨੂੰ ਕੀ ਕਰੇ? ਅਪੋਜ਼ ਕਰੇ। ਠੀਕ ਹੈ। ਤੇ ਲੈਂਜ਼ ਲਾਅ ਨੇ ਸਾਨੂੰ ਦੱਸਿਆ ਸੀਗਾ ਕਿ ਅਗਰ ਕਿਸੇ coil ਦੇ ਨਜ਼ਦੀਕ ਅਸੀਂ ਨਾਰਥ ਪੋਲ ਲੈ ਕੇ ਆ ਰਹੇ ਹਾਂ, ਮਤਲਬ ਇੱਕ ਮੈਗਨੇਟ ਨੂੰ ਨੇੜੇ ਲੈ ਕੇ ਆ ਰਹੇ ਹਾਂ, ਤਾਂ ਸਿਮਿਲਰ ਪੋਲ ਬਣਦਾ ਹੈ। ਨਾਰਥ ਵਾਲੇ ਨਾਰਥ ਬਣੇਗਾ, ਸਾਊਥ ਵਾਲੇ ਸਾਊਥ ਬਣੇਗਾ। ਅਗਰ ਅਸੀਂ ਕਿਸੇ coil ਦੇ ਕੋਲ ਜੋ ਮੈਗਨੇਟ ਹੈ, ਉਸ ਮੈਗਨੇਟ ਨੂੰ ਅਗਰ ਦੂਰ ਲੈ ਕੇ ਜਾਂਦੇ ਆ ਤਾਂ ਆਪੋਜ਼ਿਟ ਪੋਲ ਬਣੇ, ਸਾਊਥ ਬਣੇ। ਠੀਕ ਹੈ ਜੀ। ਫਿਰ ਲੈਂਸਿਸ ਲਾਅ ਨੇ ਕੀ ਹੈ ਹੋਲਡ ਕਰਾਇਆ? ਲਾਅ ਆਫ ਕੰਜ਼ਰਵੇਸ਼ਨ ਆਫ એનર્ਜੀ। ਇਹ ਵੀ ਕਹਿ ਸਕਦੇ ਹੋ। it states that energy is conserved। ठीक है। पर ਜਿਹੜੀ एग्जैक्ट डेफिनेशन है वो ऊपर वाली है, पोलैरिटी वाली। it states that current is induced in such a way so that it opposes change in magnetic flux linked with the coil। तो कल वाले क्वेश्चन का मैं आंसर एक बार दोबारा समझा देना है। देखो फैराडे की कहता तुसी मैग्नेटिक फ्लक्स चेंज करो, मैग्नेटिक फ्लक्स चेंज करो। किहदी मैग्नेटिक फ्लक्स चेंज करो? कोयल दी। तो जो मैग्नेटिक फ्लक्स चेंज करोगे कहता EMF बनूगी। EMF मतलब मैक्सिमम पोटेंशियल डिफरेंस। मैक्सिमम पोटेंशियल डिफरेंस का मतलब की है?
दैट मीनस ਹੁੰਦਾ ਤਾਂ ਪੋਟੈਂਸ਼ੀਅਲ ਹੀ ਹੈ ਨਾ ਮੈਕਸਿਮਮ, ਤੇ ਪੋਟੈਂਸ਼ੀਅਲ ਅਸੀਂ ਕੀ ਪੜਿਆ ਸੀ, ਵਰਕ ਪਰ ਯੂਨਿਟ ਚਾਰਜ। ਵਰਕ ਮਤਲਬ ਕੀ ਹੈ, એનર્ਜੀ। ਵਰਕ ਮਤਲਬ ਕੀ ਹੈ, એનર્ਜੀ। ਤਾਂ ਫੈਰਾਡੇ ਦੇ ਅਕੋਰਡਿੰਗ ਇਹ ਹੋ ਗਿਆ ਵੀ ਫਲਕਸ ਚੇਂਜ ਕਰਨ ਦੇ ਨਾਲ ਤੁਸੀਂ એનર્ਜੀ ਨੂੰ ਇੰਡਿਊਸ ਕਰ ਲਓਗੇ, ਮਤਲਬ એનર્ਜੀ ਨੂੰ ਪੈਦਾ ਕਰ ਲਓਗੇ। ਹੁਣ ਸਮਾਜ ਦੇ ਵਿੱਚ ਕੀ ਹੈ, ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਸਪੋਰਟ ਵੀ ਕਰਦੇ ਆ ਤੇ ਅਪੋਜ਼ ਵੀ ਕਰਦੇ ਆ। ਤਾਂ ਉਹਨਾਂ ਵਿੱਚੋਂ ਇੱਕ ਪਰਸਨ ਸੀ ਜਿਹਨੇ ਇਹਨੂੰ ਅਪੋਜ਼ ਕੀਤਾ, ਕਹਿੰਦਾ ਅੱਛਾ ਤੂੰ ਐਂ ਕਰ ਲੇਗਾ, ਕਹਿੰਦਾ એનર્ਜੀ ਇੰਡਿਊਸ ਹੈ, ਐਵੇਂ ਕਿਵੇਂ, ਕਹਿੰਦਾ ਲਾਅ ਆਫ ਕੰਜ਼ਰਵੇਸ਼ਨ ਆਫ એનર્ਜੀ ਦਾ ਕਹਿੰਦਾ ਵੀ એનર્ਜੀ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ, ਇਟ ਆਲਵੇਜ਼ ਰਿਮੇਨਸ ਕਨਸਟੈਂਟ। ਤੇ ਇੱਥੇ ਵਿਚਾਰਾ ਜਿਹੜਾ ਫੈਰਾਡੇ ਸੀ ਉਹ ਡੀਮੋਟੀਵੇਟ ਹੋ ਗਿਆ। ਫਿਰ ਇਹਦੇ ਹੱਕ ਦੇ ਵਿੱਚ ਕੀ ਹੈ, ਚੰਗੇ ਲੋਕ ਵੀ ਹੁੰਦੇ ਨੇ। ਫਿਰ ਜਿਹੜਾ ਲੈਂਜ਼ਸ ਸੀਗਾ, ਜਿਹਨੂੰ ਅਸੀਂ ਲੈਂਜ਼ਸ ਲਾਅ ਦੇ ਨਾਮ ਤੇ ਜਾਣਦੇ ਹਾਂ, ਇਹ ਸਾਇੰਟਿਸਟ ਦਾ ਨਾਮ ਸੀ ਲੈਂਜ਼। ਜਿਵੇਂ ਆਪਣੇ ਹੁੰਦੇ ਨੇ ਇੱਧਰ ਰਾਮ ਸ਼ਾਮ ਸੀਤਾ ਗੀਤਾ, ਹਨਾ, ਉਹਨਾਂ ਦੇ ਹੈਗੇ ਲੈਂਜ਼। ਤੇ ਇਹ ਬੰਦਾ ਕਹਿੰਦਾ ਯਾਰ ਐਵੇਂ ਕਿਵੇਂ, ਕਹਿੰਦਾ ਫੈਰਾਡੇ ਬਿਲਕੁਲ ਸਹੀ ਕਹਿੰਦਾ ਗਾ, ਕਹਿੰਦਾ ਮੈਂ ਐਕਸਪਲੇਨ ਕਰਦਾ ਵੀ ਇਹ ਕਿਉਂ ਹੋ ਰਿਹਾ। ਕਹਿੰਦਾ ਜਦੋਂ ਕੋਈ ਵੀ ਇੱਕ ਕੁਆਇਲ ਹੈ, ਅਸੀਂ ਕੁਆਇਲ ਦੇ ਨਜ਼ਦੀਕ ਇੱਕ ਮੈਗਨੇਟ ਨੂੰ ਮੂਵ ਕਰਾਉਣੇ ਆ। ਇੱਕ ਮੈਗਨੇਟ ਨੂੰ ਅਸੀਂ ਅਗਰ ਮੂਵ ਕਰਾਈਏ, ਠੀਕ ਹੈ, ਤਾਂ ਇਹਨੇ ਦੱਸਤਾ ਸੀ ਵੀ ਇੱਥੇ ਕਿਹੜਾ ਪੋਲ ਬਣਦਾ ਹੈ, ਨਾਰਥ ਪੋਲ ਬਣਦਾ ਹੈ। ਕਹਿੰਦਾ ਜਦੋਂ ਤੁਸੀਂ ਮੂਵ ਕਰਾਓਗੇ ਤਾਂ ਤੁਹਾਨੂੰ ਕੀ ਕਰਨਾ ਪਊਗਾ, ਵਰਕ। ਆਪਾਂ ਨੂੰ ਤਾਂ ਵਰਕ ਕਰਨਾ ਪਊਗਾ ਨਾ, ਆਪਾਂ ਮੂਵ ਕਰਾ ਰਹੇ ਹਾਂ ਮੈਗਨੇਟ ਨੂੰ, ਦੈਟ ਮੀਨਸ ਆਪਾਂ ਆਪਣੀ એનર્ਜੀ ਲਾ ਰਹੇ ਹਾਂ। ਵਰਕ ਕਰਾਂਗੇ ਦੈਟ ਮੀਨਸ ਅਸੀਂ ਕਿਹੜੀ એનર્ਜੀ ਲਗਾ ਰਹੇ ਹਾਂ ਮੈਗਨੇਟ ਤੇ, ਮਕੈਨੀਕਲ એનર્ਜੀ, ਮਕੈਨੀਕਲ એનર્ਜੀ। ਅੱਛਾ, ਕਹਿੰਦਾ ਤੁਹਾਨੂੰ ਵਰਕ ਕਰਨਾ ਪਊਗਾ ਅਗੇਂਸਟ, ਕਿਹਦੇ ਅਗੇਂਸਟ, ਅਗੇਂਸਟ ਕਰਨਾ ਪਊਗਾ ਆਪਾਂ ਨੂੰ ਫੋਰਸ ਆਫ ਰਿਪਲਸ਼ਨ। ਕਿਉਂ, ਕਿਉਂਕਿ ਦੇਖੋ ਜਦੋਂ ਮੈਗਨੇਟ ਨੂੰ ਅਸੀਂ ਕੁਆਇਲ ਦੇ ਨੇੜੇ ਲੈ ਕੇ ਜਾਵਾਂਗੇ ਤਾਂ ਡੈਫੀਨਿਟਲੀ ਕੁਆਇਲ ਦੇ ਵਿੱਚ ਸੇਮ ਪੋਲੈਰਿਟੀ ਦਾ ਪੋਲ ਕੀ ਇੰਡਿਊਸ ਹੋਊਗਾ, ਤਾਂ ਨਾਰਥ ਨੂੰ ਰਿਪੈਲ ਕਰੂਗਾ। ਬਟ ਤੁਸੀਂ ਵਰਕ ਕਰਕੇ એનર્ਜੀ ਲਗਾ ਕੇ ਇਸ ਨੂੰ ਕੀ ਕਰੋਗੇ, ਇਹਦੇ ਨੇੜੇ ਲੈ ਕੇ ਜਾਓਗੇ, ਤਾਂ ਸਾਨੂੰ ਵਰਕ ਕਰਨਾ ਪੈ ਰਿਹਾ, ਕਹਿੰਦਾ ਅਗੇਂਸਟ ਫੋਰਸ ਆਫ ਰਿਪਲਸ਼ਨ। ਤੇ ਸਾਡਾ ਜਿਹੜਾ ਮਕੈਨੀਕਲ ਵਰਕ ਹੈ, ਜਿਹੜਾ ਅਸੀਂ ਮੈਗਨੇਟ ਤੇ ਕੀਤਾ ਹੈ, ਉਹਦੇ ਕਰਕੇ ਕੀ ਹੈ, ਜਿਹੜੀ ਉਹ ਮਕੈਨੀਕਲ એનર્ਜੀ ਕਨਵਰਟ ਹੁੰਦੀ ਹੈ, ਕਹਿੰਦਾ ਇਨ ਦਾ ਫਾਰਮ ਆਫ ਇਲੈਕਟ੍ਰੀਕਲ એનર્ਜੀ। ਕਹਿੰਦਾ ਜੇ ਅਸੀਂ ਆਪਣੀ એનર્ਜੀ ਨਾ ਲਗਾਈਏ, ਅਸੀਂ ਵਰਕ ਨਾ ਕਰੀਏ, ਫੋਰ ਐਗਜ਼ਾਮਪਲ ਜਿਵੇਂ ਆਪਾਂ ਕਹਿੰਦੇ ਸੀ ਵੀ ਆਪਣੀ ਐਕਸਿਸ ਤੇ ਇਹਨੂੰ ਰੋਟੇਟ ਕਰੀ ਚਲੋ, ਤਾਂ ਡਿਸਪਲੇਸਮੈਂਟ ਜ਼ੀਰੋ ਹੈ। ਡਿਸਪਲੇਸਮੈਂਟ ਤਾਂ ਨਹੀਂ, ਇਹਦਾ ਮਤਲਬ ਵਰਕ ਡਨ ਜ਼ੀਰੋ ਹੈ, ਇਹਦਾ ਮਤਲਬ ਤੁਸੀਂ ਕੋਈ ਵਰਕ ਨਹੀਂ ਕਰਦੇ। ਅਗਰ ਇਹਨੂੰ ਅੱਗੇ ਲੈ ਕੇ ਜਾਂਦੇ ਹੋ ਕੁਆਇਲ ਦੇ ਨੇੜੇ, ਤਾਂ ਇਹਦਾ ਮਤਲਬ ਤੁਸੀਂ ਵਰਕ ਕਰਦੇ ਹੋ। ਜਿਹਨੂੰ ਦੂਰ ਲੈ ਕੇ ਜਾਂਦੇ ਹੋ, ਇਹਦਾ ਮਤਲਬ ਫਿਰ ਵੀ ਤੁਸੀਂ ਵਰਕ ਕਰ ਰਹੇ ਹੋ। ਕਹਿੰਦੇ ਜੇ ਵਰਕ ਕਰੋਗੇ ਤਾਂ ਮਕੈਨੀਕਲ ਵਰਕ ਕਰੋਗੇ, ਜਦੋਂ ਨੇੜੇ ਲੈ ਕੇ ਆਓਗੇ ਤਾਂ ਵਰਕ ਤੁਹਾਨੂੰ ਕਰਨਾ ਪਊਗਾ ਅਗੇਂਸਟ ਫੋਰਸ ਆਫ ਰਿਪਲਸ਼ਨ, ਤੇ ਉਹ ਤੁਹਾਡਾ ਕੀਤਾ ਵਰਕ ਕਨਵਰਟ ਹੋਊਗਾ ਇਨ ਦਾ ਫਾਰਮ ਆਫ ਇਲੈਕਟ੍ਰੀਕਲ એનર્ਜੀ। ਤਾਂ ਇਹਨੇ ਕੀ ਕਿਹਾ, ਕਹਿੰਦਾ when a magnet moves towards a coil, a similar pole is induced in the coil. Therefore, we have to done work. We have to done work against force of repulsion. Force of repulsion. ठीक है जी। अच्छा, फिर सेकंड केस ਦੇ ਵਿੱਚ ਇਹਨੇ ਕੀ ਕਿਹਾ, ਕਹਿੰਦਾ ਸੈਕੰਡ ਕੇਸ ਦੇ ਵਿੱਚ ਕੀ ਹੈ, ਆ ਕੋਇਲ ਹੈ, ਆ ਮੈਗਨੇਟ ਹੈ, ਆ ਨਾਰਥ ਸਾਊਥ, ਇਹਨੂੰ ਕਹਿੰਦਾ ਤੁਸੀਂ ਦੂਰ ਲੈ ਕੇ ਜਾ ਰਹੇ ਹੋ, ਤਾਂ ਆਪਾਂ ਕੀ ਪੜਿਆ ਇੱਥੇ ਕੀ ਬਣੂਗਾ, ਆਪੋਜ਼ਿਟ ਪੋਲ। ਤਾਂ ਇਹਦੇ ਵਿੱਚ ਵੀ ਤੁਹਾਨੂੰ ਵਰਕ ਕਰਨਾ ਪਊਗਾ, ਕਿਹੜਾ ਵਰਕ, ਮਕੈਨੀਕਲ ਵਰਕ। ਫੋਰਸ ਲਗਾਉਣੀ ਪਊਗੀ, डिस्प्लेसमेंट होएगी, मैकेनिकल वर्क, ठीक है। वो वर्क किदे अगेंस्ट करना पऊगा, वर्क करना पऊगा सानू अगेंस्ट फोर्स ऑफ अट्रैक्शन, भी ऑपोजिट पोल हो गए, हुन अट्रैक्शन दे खिलाफ सानू वर्क करना पऊगा, तो साडी एनर्जी लगूगी, तो वर्क कन्वर्ट होगा इन द फॉर्म ऑफ इलेक्ट्रिकल एनर्जी। तो की कहंदा है, कहंदा व्हेन अ मैग्नेट
move away, सारी लैंग्वेज सेम दी है दी, from the coil, an opposite pole is induced in the coil. So we have to done work against force of attraction, and ਤੇ ਸਾਡਾ ਇਹ work ਕੀ ਹੈ, ਲਾਸਟ ਤੇ ਲਿਖ ਦਿਓ, work convert ਹੋ ਜਾਊਗਾ in the form of electrical energy। ਤਾਂ ਇਸ ਤਰੀਕੇ ਦੇ ਨਾਲ ਲੈਂਜ਼ਸ ਲਾਅ ਨੇ law of conservation ਨੂੰ ਐਕਸਪਲੇਨ ਕੀਤਾ ਸੀ। ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਜਦੋਂ ਕਰੰਟ ਇੰਡਿਊਸ ਹੁੰਦਾ ਜਾਂ EMF ਇੰਡਿਊਸ ਹੁੰਦੀ ਹੈ ਕਿਸੇ ਕੋਇਲ ਦੇ ਵਿੱਚ, ਤਾਂ ਇਹਦੇ ਨਾਲ ਕੀ law of conservation of energy ਕੀ ਹੈ, ਕੀ ਵਾਇਲੇਟ ਹੁੰਦਾ ਹੈ, ਜਸਟੀਫਾਈ ਯੂਰ ਆਨਸਰ, ਇਸ ਤਰੀਕੇ ਨਾਲ ਤੁਹਾਨੂੰ ਕੁਐਸਚਨ ਪੁੱਛ ਸਕਦੇ ਆ। ਤਾਂ ਇਹਦਾ ਮਤਲਬ ਤੁਸੀਂ ਲੈਂਜ਼ਸ ਦਾ ਇਹ ਵਾਲਾ ਜਿਹੜਾ ਕੀ ਲਾਅ ਹੈ, ਮਤਲਬ ਇਹ ਵਾਲੀ ਐਕਸਪਲੇਨੇਸ਼ਨ ਹੈ, ਇਹਨੂੰ ਤੁਸੀਂ ਕੀ ਹੈ ਉਹਦੇ ਵਿੱਚ ਐਕਸਪਲੇਨ ਕਰਕੇ ਆਓ। ਇਜ਼ ਇਟ ਕਲੀਅਰ ਟੂ ਆਲ? Yes, sir. ठीक है जी। अच्छा, पर कितने स्टूडेंट ऐड हुए हैं? बस इन्हीं की नहीं है जब हरमन, अर्शदीप, नितिश, जशन, अर्शदीप, गुनदीप, नितिश, साक्षी, मनप्रीत कौर, तजिंदर, जशन कुमार, सुप्रीत, अमन। अच्छा, दूसरी जशन नहीं आई है ना? ठीक है, चलो। हाँ जी, इकट्ठे बैठे हैं। हाँ जी, इकट्ठे हैं सर, मनप्रीत जशन। अच्छा, इकट्ठी बैठे हो जी सर, दोनों हैं। अच्छा अच्छा अच्छा, ये दोस्ती हम नहीं तोड़ेंगे हैं, क्या बात है, वेरी गुड। ठीक है, चलो आज दोनों क्वेश्चन पूछते हैं। ठीक है, हम तो दो जने बैठे हो, दोनों पूछ लिए क्वेश्चन एक। अच्छा, हाँ जी, किसी भी कोयल दे विच EMF ਜਾਂ करंट कदों इंड्यूस होएगा? मैग्नेटिक फ्लक्स चेंज होते। वेरी गुड, ਜਦੋਂ मैग्नेटिक फ्लक्स चेंज होएगी। बहुत अच्छे। मैग्नेटिक फ्लक्स ਦਾ ਫਾਰਮੂਲਾ ਕੀ ਸੀਗਾ? गुड गुड, बोलो बोलो, शाबाश। नहीं पता? क्लोज सरफेस इंटीग्रल ऑफ क्लोज। नहीं सर। अच्छा, हाँ जी, सुखप्रीत, मैग्नेटिक फ्लक्स का फार्मूला की सीगा? सुखप्रीत, हाँ जी, तेजिंदर, मैग्नेटिक फ्लक्स का सर हाँ जी, BA cos थीटा। BA cos थीटा, वेरी गुड, BA cos थीटा। ਤਾਂ देखो ਜਿਹੜਾ ਮੇਨ ਆਪਣੇ ਕੋਲੇ ਫੰਡ ਹੈਗਾ, ਚਾਹੇ ਆਪਾਂ EMF ਪੈਦਾ ਕਰਨੀ ਹੈ ਜਾਂ ਕਰੰਟ ਪੈਦਾ ਕਰਨਾ ਹੈ। EMF ਕਦੋਂ ਪੈਦਾ ਹੋਊਗੀ? ਜਦੋਂ ਸਰਕਟ ਓਪਨ ਹੋਊਗਾ, ਤੇ ਜੇ ਤੁਸੀਂ ਸਰਕਟ ਨੂੰ ਕਲੋਜ਼ ਕਰ ਦੋਗੇ ਫਿਰ ਕੀ ਹੈ? ਕਰੰਟ ਪੈਦਾ ਹੋਏਗਾ। ਬਟ ਇਹਨਾਂ ਦੋਨਾਂ ਦਾ ਜਿਹੜਾ ਮੇਨ ਕਾਜ਼ ਹੈ ਉਹ ਕੀ ਹੈ? ਉਹ ਹੈਗਾ ਚੇਂਜ ਇਨ ਮੈਗਨੈਟਿਕ ਫਲਕਸ। ਚੇਂਜ ਇਨ ਮੈਗਨੈਟਿਕ ਫਲਕਸ। ਹੁਣ ਨੂਮੈਰੀਕਲ ਦਾ ਮੈਂ ਕੀ ਕਨਸੈਪਟ ਕਰਵਾ ਰਿਹਾ, ਠੀਕ ਹੈ, ਧਿਆਨ ਨਾਲ ਸੁਣ ਲਿਓ, ਸਿੰਪਲ ਜਿਹੇ ਨੂਮੈਰੀਕਲ ਨੇ ਦੇ। ਚੇਂਜ ਇਨ ਮੈਗਨੈਟਿਕ ਫਲਕਸ। अच्छा, मैग्नेटिक फ्लक्स की जे मैं गल करा, मैग्नेटिक फ्लक्स का जिहड़ा फार्मूला की है? फार्मूला हैगा फाई इज इक्वल टू BA cos थीटा। ते थीटा मैं तुहानूं दस्सिया होया भी थीटा की है? थीटा इज द एंगल बिटवीन मैग्नेटिक फील्ड एंड एरिया वेक्टर। मतलब हुण असीं इहदा चेंज करना है, फाई नूं असीं की करना है? चेंज करना है। जे फाई नूं चेंज करोगे तां की बनदी है? EMF। की फार्मूला सीगा? फैराडे दा की लॉ की कहंदा सी आपां नूं?
Faraday's law ਕੀ ਕਹਿੰਦਾ ਸੀਗਾ कि whenever there is a change in magnetic flux linked with a coil, an EMF or a current is induced in that coil. That means E is equal to minus, मतलब opposite direction ਦੇ ਵਿੱਚ N ਕੀ ਹੈ, that is number of coils, and d phi by dt. d phi by dt ਕੀ ਹੈ, change in magnetic flux with time. ਤੇ phi ਦੀ ਵੈਲਿਊ ਤੁਹਾਨੂੰ ਪਤਾ ਬੱਚੇ, ਇਹਦਾ ਮਤਲਬ ਮੈਂ ਲਿਖ ਸਕਦਾ E is equal to minus of N d upon dt, phi ਦੀ ਵੈਲਿਊ ਪੁੱਟ ਕਰ ਦੋ, that is ba cos theta. ਇਸ ਫਾਰਮੂਲੇ ਤੋਂ ਕੋਈ ਵੀ ਸਟੂਡੈਂਟ ਮੈਨੂੰ ਇਹ ਦੇਖ ਕੇ ਦੱਸ ਸਕਦਾ ਹੈ ਕਿ ਸਾਡੇ ਕੋਲੇ ਕਿਹੜੇ-ਕਿਹੜੇ ਮੈਥਡ ਨੇ ਜਿਹਨੂੰ ਅਸੀਂ ਚੇਂਜ ਕਰੀਏ ਤਾਂ ਕਿ ਮੈਗਨੈਟਿਕ ਫਲਕਸ ਚੇਂਜ ਹੋ ਜੇ। ਅਗਰ ਮੈਗਨੈਟਿਕ ਫਲਕਸ ਚੇਂਜ ਹੋ ਜੂ ਤਾਂ EMF ਜਾਂ ਕਰੰਟ ਬਣ ਜਾਊਗਾ। ਇਸ ਫਾਰਮੂਲੇ ਨੂੰ ਦੇਖ ਕੇ ਕੋਈ ਦੱਸ ਸਕਦਾ ਹੈ ਕਿੰਨੀਆਂ ਆਪਸ਼ਨਸ ਨੇ ਸਾਡੇ ਕੋਲੇ? Sir, area of cross section. Very good. Area of cross section change कर दिए। Good. Sir, एक magnetic field. दूसरा magnetic field दी value change कर दिए। That's good. Third. Third, magnetic flux. नहीं, magnetic flux से depend कर। Third है angle change कर दिए। देखो अगर थीटा दी value change होएगी तो phi भी change होएगा ना। Phi depends upon magnetic field, area of cross section as well as cos theta. ਇਹਦਾ ਮਤਲਬ ਜੇ b ਚੇਂਜ ਕਰੋਗੇ ਤਾਂ ਵੀ phi ਚੇਂਜ ਹੋਊ, ਜੇ a ਚੇਂਜ ਕਰੋਗੇ ਤਾਂ ਵੀ phi ਚੇਂਜ ਹੋਊਗੀ, ਜੇ ਥੀਟਾ ਚੇਂਜ ਕਰੋਗੇ ਤਾਂ ਵੀ phi ਚੇਂਜ ਹੋਊਗੀ। ਤਾਂ ਨਿਊਮੈਰੀਕਲ ਆਪਾਂ ਨੂੰ ਤਿੰਨ ਪੋਰਸ਼ਨਸ ਮਿਲਣਗੇ। ਕਈ ਨਿਊਮੈਰੀਕਲਸ ਮੈਗਨੈਟਿਕ ਫੀਲਡ ਦੀ ਵੈਲਿਊ ਅਲੱਗ-ਅਲੱਗ ਦਿੱਤੀ ਹੋਊਗੀ, ਕਈਆਂ 'ਚ ਸਾਨੂੰ ਏਰੀਆ ਅਲੱਗ-ਅਲੱਗ ਦਿੱਤਾ ਹੋਊਗਾ, ਕਈਆਂ 'ਚ ਸਾਨੂੰ ਥੀਟਾ ਐਂਗਲ ਅਲੱਗ-ਅਲੱਗ ਦਿੱਤਾ ਹੋਊਗਾ। ਮਤਲਬ ਜਦੋਂ ਇਹ ਤਿੰਨਾਂ 'ਚੋਂ ਕੋਈ ਵੀ ਕੁਆਂਟੀਟੀ ਚੇਂਜ ਹੋ ਜੂਗੀ ਤਾਂ ਸਾਡੇ ਕੋਲ ਕੀ ਹੈ, ਫਲਕਸ ਚੇਂਜ ਹੋਊਗੀ ਤੇ ਉਸ ਫਲਕਸ ਦੇ ਚੇਂਜ ਦੇ ਅਕੋਰਡਿੰਗ EMF ਪੈਦਾ ਹੋਊਗੀ। ਮੈਂ ਤੁਹਾਨੂੰ ਕੀ ਹੈ ਅਲੱਗ-ਅਲੱਗ ਫਾਰਮੂਲੇ ਬਣਾ ਕੇ ਦੱਸਦਾ। ਜਿਵੇਂ ਆਪਾਂ ਕਹੀਏ ਮਤਲਬ ਫਸਟ ਕੇਸ ਲਗਾ ਲਓ, ਮਤਲਬ ਤੁਸੀਂ ਹੁਣ ਕਿਸੇ ਵੀ ਰੂਮ 'ਚ ਬੈਠੇ ਹੋ ਨਾ, ਸਪੋਜ਼ ਕਰ ਲਓ ਵੀ ਜਿਹੜੇ ਵੀ ਰੂਮ 'ਚ ਤੁਸੀਂ ਬੈਠੇ ਹੋ ਹਨਾ, ਉਸ ਰੂਮ ਦੇ ਵਿੱਚ ਕੋਈ ਵੀ ਮੈਗਨੈਟਿਕ ਫੀਲਡ ਨਹੀਂ ਹੈ। ਸਪੋਜ਼ ਇਨੀਸ਼ੀਅਲ ਮੈਗਨੈਟਿਕ ਫੀਲਡ ਦੀ ਵੈਲਿਊ ਕਿੰਨੀ ਹੈ, 0 ਟੈਸਲਾ। ਠੀਕ ਹੈ, ਮੰਨ ਲਓ ਆ ਤੁਹਾਡਾ ਰੂਮ ਹੈ, ਇਹਦੇ ਵਿੱਚ ਕੋਈ ਮੈਗਨੈਟਿਕ ਫੀਲਡ ਨਹੀਂ ਸੀ। ਫਿਰ ਅਸੀਂ ਕੀ ਕੀਤਾ, ਇਸ ਰੂਮ ਦੇ ਵਿੱਚ ਇੱਕ ਮੈਗਨੈਟਿਕ ਫੀਲਡ ਦੀ ਵੈਲਿਊ ਮਤਲਬ ਮੈਗਨੈਟਿਕ ਫੀਲਡ ਲਗਾਤਾ। ਕਿਵੇਂ ਲਗਾਵਾਂਗੇ, ਇੱਕ ਵਾਲ ਨੂੰ ਤੁਸੀਂ ਨਾਰਥ ਬਣਾ ਦਿਓ, ਦੂਸਰੀ ਵਾਲ ਨੂੰ ਸਾਊਥ ਬਣਾ ਦਿਓ, ਤਾਂ ਮੰਨ ਲਓ B2 ਦੀ ਵੈਲਿਊ ਕੀ ਹੈ, ਸਪੋਜ਼ B ਆ ਟੈਸਲਾ। ਇਹਦਾ ਮਤਲਬ ਕੀ ਕੀਤਾ, ਤੁਸੀਂ ਮੈਗਨੈਟਿਕ ਫੀਲਡ ਨੂੰ ਇਨਸਰਟ ਕਰਤਾ। ਦੇਖੋ ਪਹਿਲਾਂ ਮੈਗਨੈਟਿਕ ਫੀਲਡ ਰੂਮ 'ਚ ਹੈ ਨਹੀਂ ਸੀ, ਉਸ ਤੋਂ ਬਾਅਦ ਮੈਗਨੈਟਿਕ ਫੀਲਡ ਐਡ ਕਰਤਾ। ਇਹਦਾ ਮਤਲਬ ਮੈਗਨੈਟਿਕ ਫੀਲਡ ਕੀ ਹੋਊਗਾ, ਚੇਂਜ। ਤਾਂ EMF ਕੀ ਆਊਗੀ, ਦੇਖੋ ਬਾਕੀ ਸਾਰੀਆਂ ਚੀਜ਼ਾਂ ਕਾਂਸਟੈਂਟ ਨੇ, ਮਾਈਨਸ N ਵੀ ਕਾਂਸਟੈਂਟ ਹੈ, ਠੀਕ ਹੈ, ਨੰਬਰ ਆਫ ਕੁਆਇਲਸ ਹੁੰਦੀਆਂ ਨੇ ਇਹ, ਠੀਕ ਹੈ, ਤੇ ਏਰੀਆ ਵੀ ਕਾਂਸਟੈਂਟ ਹੈ। ਅੱਛਾ ਅਸੀਂ cos ਥੀਟਾ ਵੀ ਚੇਂਜ ਨਹੀਂ ਕੀਤਾ, ਅਸੀਂ ਸਿਰਫ ਕੀ ਚੇਂਜ ਕਰ ਰਹੇ ਹਾਂ, ਅਸੀਂ ਚੇਂਜ ਕਰ ਰਹੇ ਹਾਂ ਮੈਗਨੈਟਿਕ ਫੀਲਡ। ਦੈਟ ਮੀਨਸ B2 ਮਾਈਨਸ B1 अपॉन T। लो जी आ फार्मूला जेड़ा चेंज है ना बच्चे, इनको तुसीं एवें भी लिख सकते हो, E इज इक्वल टू जिवें ਆਪਾਂ माइनस N d phi by dt लिखिया ना, d phi ਨੂੰ मैं भी लिख सकदा ना phi 2 माइनस phi 1, मैग्नीट्यूड लिखना। ठीक है, phi 2 की है नवी फ्लक्स, phi 1 की है पुरानी फ्लक्स। ठीक है, ਤਾਂ ਇਹਦੇ ਵਿੱਚੋਂ ਜੇ ਮੈਂ ਕਹਾਂ ਦੇਖੋ phi 1 ਦੀ ਵੈਲਿਊ ਕਿੰਨੀ ਹੈ, phi 1 ਦੀ ਵੈਲਿਊ ਹੋਏਗੀ ਸੀ B1a cos theta। अच्छा phi 2 ਦੀ ਵੈਲਿਊ ਕਿੰਨੀ ਹੈ, B2a cos theta। देखो इस फार्मूले जो मैं पुट करूंगा a cos theta ਦਾ ਕਾਮਨ ਆ ਗਿਆ, मैं आ लिखता। अच्छा चेंज किदा आ गया, B2 माइनस B1 दूसरा। अच्छा ਇਸੇ ਵਿੱਚ ਕੇਸ ਇੱਕ ਐਵੇਂ ਵੀ ਕਹਿ ਸਕਦੇ ਨਾ ਆਪਾਂ ਨੂੰ ਵੀ ਪਹਿਲਾਂ ਤਾਂ ਮੈਗਨੈਟਿਕ ਫੀਲਡ ਹੈਗਾ ਸੀਗਾ, ਮਤਲਬ B ਟੈਸਲਾ। ਅੱਛਾ ਬਾਅਦ ਦੇ ਵਿੱਚ ਕੀ ਹੈ, ਕਮਰੇ ਦੇ ਵਿੱਚੋਂ ਮੈਗਨੈਟਿਕ ਫੀਲਡ ਰਿਮੂਵ ਕਰਤਾ। दैट मीन्स ਇਹ ਕਿਹੜਾ ਕੇਸ ਆ ਗਿਆ, ਰਿਮੂਵ ਕਰਨ ਦਾ। ਦੇਖੋ ਚੇਂਜ ਤਾਂ ਫਿਰ ਵੀ ਹੋਊਗੀ ਨਾ, ਜੇ ਹੁਣ ਸਾਨੂੰ ਨੂਮੈਰੀਕਲ ਦੇ ਦੇਣਾ ਵੀ ਇੱਕ ਰੂਮ ਦੇ ਵਿੱਚ ਕੀ ਹੈ 10 ਟੈਸਲਾ ਦਾ ਮੈਗਨੈਟਿਕ ਫੀਲਡ ਹੈ, ਬਾਅਦ ਦੇ ਵਿੱਚ ਉਸ 10 ਟੈਸਲਾ ਨੂੰ ਮੈਗਨੈਟਿਕ ਫੀਲਡ ਨੂੰ ਕਰ ਦੇਣ 0, ਇਹਦਾ ਮਤਲਬ ਮੈਗਨੈਟਿਕ ਫਲਕਸ ਮੈਗਨੈਟਿਕ ਫੀਲਡ ਚੇਂਜ ਹੋ ਗਿਆ। ਅਗਰ ਮੈਗਨੈਟਿਕ ਫੀਲਡ ਚੇਂਜ ਹੋ ਗਿਆ दैट मीन्स ਕੀ ਚੇਂਜ ਹੋ ਜਾਊਗੀ, ਮੈਗਨੈਟਿਕ ਫਲਕਸ। ਤਾਂ E इज इक्वल टू माइनस N, ਉਹੀ ਫਾਰਮੂਲਾ ਸੇਮ ਹੀ ਹੈ। ਦੇਖੋ cos थीटा। अच्छा मैग्नीट्यूड कंसीडर करना चाहिए, गल का ध्यान रखियो,
इतने मैग्नीट्यूड मॉडुलस ले लो, दैट इज फिर फार्मूला की आ गया B2 माइनस B1 अपॉन की होगा T। ਇਹਦੀ ਸਿੰਪਲ ਜੀ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ। ਦੇਖੋ ਮੰਨ ਲਓ ਤੁਹਾਡੇ ਕੋਲੇ ਏਸੀ ਵਾਲਾ ਰੂਮ ਹੈ ਹਨਾ, ਤਾਂ ਏਸੀ ਵਾਲੇ ਕਮਰੇ ਦੇ ਵਿੱਚ ਆਪਾਂ ਨੂੰ ਪਤਾ ਜੇ ਏਸੀ ਚੱਲ ਰਿਹਾ ਡੈਫੀਨਿਟਲੀ ਕੀ ਹੋਗੀ, ਕੂਲਿੰਗ ਹੋਊਗੀ। ਹੁਣ ਇੱਕ ਪਰਸਨ ਰੂਮ ਤੋਂ ਬਾਹਰ ਖੜਾ ਹੈ, ਉਹਨੂੰ ਗਰਮੀ ਲੱਗ ਰਹੀ ਹੈ, ਅੰਦਰ ਕੀ ਹੈ ਏਸੀ ਚੱਲ ਰਿਹਾ, ਕੂਲਿੰਗ ਹੈ। ਅਗਰ ਤੁਸੀਂ ਉਸ ਕੂਲਿੰਗ ਵਾਲੇ ਕਮਰੇ 'ਚ ਚੱਲ ਜਾਓਗੇ ਤਾਂ ਡੈਫੀਨਿਟਲੀ ਤੁਹਾਨੂੰ ਵੀ ਕੂਲਿੰਗ ਮਹਿਸੂਸ ਹੋਊਗੀ ਨਾ। ਇਹਦਾ ਮਤਲਬ ਤੁਹਾਡਾ ਟੈਂਪਰੇਚਰ ਚੇਂਜ ਹੋ ਗਿਆ, ਇਹ ਕਹਿ ਲਓ। ਐਵੇਂ ਸੇਮ ਆਪਾਂ ਇਹਦੇ ਵਿੱਚ ਕਹਿ ਰਹੇ ਹਾਂ, ਪਹਿਲਾ ਕਮਰੇ ਦੇ ਵਿੱਚ ਕੀ ਹੈ ਮੈਗਨੈਟਿਕ ਫੀਲਡ ਹੈ ਨਹੀਂ ਸੀ, ਮਤਲਬ ਕੂਲਿੰਗ ਹੈ ਨਹੀਂ ਸੀ, ਐਵੇਂ ਸਮਝ ਲਓ। ਬਾਹਰ ਕੀ ਹੈ, ਮੰਨ ਲਓ ਕੋਈ ਨਾ ਕੋਈ ਵੈਲਿਊ ਸੀ ਕੂਲਿੰਗ ਦੀ, ਠੀਕ ਹੈ। ਤੇ ਫਿਰ ਤੁਸੀਂ ਕੀ ਹੈ ਜਿਹੜੇ ਕਮਰੇ ਦੇ ਵਿੱਚ ਕੀ ਹੈ ਤੁਸੀਂ ਗਏ, ਉੱਥੇ ਜਿੱਥੇ ਕੂਲਿੰਗ ਨਹੀਂ ਸੀ ਉਹਦੇ ਵਿੱਚ ਵੀ ਤੁਸੀਂ ਕੀ ਕਰਤੀ, ਕੂਲਿੰਗ ਕਰਤੀ, ਠੀਕ ਹੈ। ਦੂਸਰਾ ਕੇਸ ਇਹ ਹੋ ਗਿਆ, ਤਾਂ ਜਦੋਂ ਕੂਲਿੰਗ ਕਰਤੀ ਤਾਂ ਮੈਗਨੈਟਿਕ ਫੀਲਡ ਫਿਰ ਵੀ ਕੀ ਹੋ ਗਿਆ, ਚੇਂਜ ਹੋ ਗਿਆ। ਮਤਲਬ ਤੁਸੀਂ ਆਪਣੇ ਤਰੀਕੇ ਨਾਲ ਕੋਈ ਵੀ ਐਗਜ਼ਾਮਪਲਸ ਰਾਹੀਂ ਇਹਨੂੰ ਕੀ ਹੈ ਸਮਝ ਸਕਦੇ ਹੋ, ਠੀਕ ਹੈ। ਮੈਂ ਇੱਕ ਤੁਹਾਨੂੰ ਏਸੀ ਵਾਲੀ ਐਗਜ਼ਾਮਪਲ ਲੈ ਕੇ ਦੱਸਤੀ, ਜਿੱਦਾਂ ਅਸੀਂ ਕੂਲਿੰਗ ਦੇਖਦੇ ਹਾਂ ਵੀ ਇਸ ਕਮਰੇ 'ਚ ਹੈਗੀ ਹੈ ਬਾਹਰ ਨਹੀਂ ਹੈਗੀ, ਇਹਦਾ ਮਤਲਬ ਦੋਨਾਂ ਦੇ ਵਿੱਚ ਕੂਲਿੰਗ ਦਾ ਡਿਫਰੈਂਸ ਹੈ। ਐਵੇਂ ਤੁਸੀਂ ਮੈਗਨੈਟਿਕ ਫੀਲਡ ਲਾ ਲਓ ਵੀ ਕਮਰੇ 'ਚ ਮੈਗਨੈਟਿਕ ਫੀਲਡ ਨਹੀਂ ਹੈਗਾ, ਠੀਕ ਹੈ, ਬਾਅਦ ਦੇ ਵਿੱਚ ਪੈਦਾ ਕਰਤਾ, ਇਹਦਾ ਮਤਲਬ ਮੈਗਨੈਟਿਕ ਫੀਲਡ ਚੇਂਜ ਹੋ ਗਿਆ। ਜੇ ਫੀਲਡ ਚੇਂਜ ਹੋ ਗਿਆ ਤਾਂ ਮਤਲਬ ਕੀ ਹੈ, ਫਲਕਸ ਚੇਂਜ ਹੋ ਗਿਆ। ਸੈਕਿੰਡ ਕੇਸ ਕੀ ਹੈ, ਸੈਕਿੰਡ ਕੇਸ ਕੀ ਹੈ, ਮੰਨ ਲਓ ਤੁਹਾਨੂੰ ਕਹਿਣਗੇ ਮੈਗਨੈਟਿਕ ਫੀਲਡ B ਕੋਈ ਤੁਹਾਨੂੰ ਗਿਵਨ ਕਰ ਦੇਣਗੇ ਵੀ ਕਾਂਸਟੈਂਟ ਹੈ। ਅੱਛਾ, ਥੀਟਾ ਐਂਗਲ ਵੀ ਤੁਹਾਨੂੰ ਕਾਂਸਟੈਂਟ ਕਰ ਦੇਣਗੇ। ਤੁਹਾਨੂੰ ਕਹਿਣਗੇ ਜਿਹੜਾ ਇਨੀਸ਼ੀਅਲ ਮਤਲਬ ਪਹਿਲਾ ਕੋਈ ਵਾਇਰ ਸੀ ਜਿਹਦਾ ਕੋਈ ਏਰੀਆ ਕੋਈ ਸਪੋਜ਼ ਜਿਵੇਂ ਆਪਾਂ ਲਿਖ ਲਓ A ਡੈਸ਼ ਲਿਖ ਲਓ, ਠੀਕ ਹੈ। ਫਿਰ ਬਾਅਦ ਦੇ ਵਿੱਚ ਕੀ ਹੈ ਉਹਨੂੰ ਚੇਂਜ ਕਰ ਦੇਣਗੇ ਏਰੀਆ ਨੂੰ, ਮਤਲਬ ਇਹ ਹੋ ਗਿਆ A2 ਡੈਸ਼। ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਏਰੀਆ ਚੇਂਜ ਹੋ ਗਿਆ, ਤਾਂ EMF ਕੀ ਆਊਗਾ -n। देखो B कांस्टेंट है, cos थीटा कांस्टेंट है, तो ਤੁਸੀਂ ਇੱਥੇ ਕੀ ਕਰਨਾ ਹੈ A2 A1 अपॉन T। बहुत सिंपल न्यूमेरिकल। फिर एक फार्मूला बन गया। अच्छा थर्ड ਤੁਹਾਨੂੰ ਕੀ ਕਹਿ ਸਕਦੇ B कांस्टेंट A कांस्टेंट, फिर ਤੁਹਾਨੂੰ ਕਹਿਣਗੇ थीटा चेंज करता, मतलब इनिशियल थीटा सपोज की है थीटा नॉट है, ठीक है, दूसरे वाला मान लो करता थीटा, ठीक है जी। तो E इज इक्वल टू क्या आ जाएगा -n BA, फिर क्या आ जाएगा इथे मॉडुलस cos थीटा 2 माइनस cos थीटा 1 अपॉन T। आ तीन फार्मूले, चौथा कोई फार्मूला नहीं। जे n बारे ਤੁਹਾਨੂੰ नहीं दिता होया तो n की वैल्यू 1 पुट होगी। अगर ਤੁਹਾਨੂੰ ਕਹਿ ਦਿੰਦੇ कोई नंबर ऑफ मतलब coils 1 2 3 4 j है तो वो ਤੁਸੀਂ पुट कर दो। इज इट क्लियर टू ऑल? बेसिक फार्मूला देखो ये वाला है, बेसिक फार्मूला आ लिखा पे E इज इक्वल टू -n, चाहे तो d∅dt बोलो, d∅ का मतलब होता चेंज इन फ्लक्स, चाहे φ2 -φ1 बोलो। तो मैं इत्थे क्वेश्चन लिख दांगा, ठीक है, तुसी क्वेश्चन करके दिखाओ। ध्यान रखना एंगल दा, ठीक है। असी थीटा एंगल किहड़ा लेना हुंदा है मैग्नेटिक फील्ड ते एरिया वेक्टर च। तो क्वेश्चन है जी a rectangular loop of area 20 centimeter into 30 centimeter is held in a magnetic field of 0.3 Tesla with its plane inclined at 30 degree to the field। सेकंड पार्ट है
parallel to the field, find magnetic flux linked with the coil in each case. लो जी, this is your question. एक रेक्टेंगुलर लूप है, एरिया तो गिवन करता बट इन सेंटीमीटर is held in a magnetic field ਦੀ ਵੈਲਿਊ ਤੁਹਾਨੂੰ ਦਿੱਤੀ SI ਯੂਨਿਟ ਦੇ ਵਿੱਚ, ਕਹਿੰਦਾ with its plane, ਉਹ ਲੂਪ ਰੱਖਿਆ ਕਿਵੇਂ ਹੋਇਆ ਹੈ, with its plane inclined at 30 degree to the field। ਤਾਂ ਸੋਚੋ ਹੁਣ ਕਿਵੇਂ ਕਰੋਗੇ सर। ਹਾਂਜੀ, सेकंड पार्ट ਦਾ आंसर 0 है। ਸੈਕਿੰਡ ਪਾਰਟ ਦਾ ਆਨਸਰ ਬੜਾ, ਤੂੰ ਪਹਿਲਾਂ ਸੈਕਿੰਡ ਪਾਰਟ ਸੋਲਵ ਕੀਤਾ ਹੋਏ ਹੈ, ਉਹ ਚ ਪਰਪੈਂਡੀਕੂਲਰ ਆ ਜੂਗੀ ਫਿਰ cos 90 0 ਹੁੰਦਾ ਹੈ। ਪੱਕਾ ਸ਼ੋਰ ਹੈ ਜੇ ਤੁੱਕਾ ਲਾਇਆ? ਨਹੀਂ ਸ਼ੋਰ ਹੈ ਕਿਉਂਕਿ ਏਰੀਆ ਵੈਕਟਰ ਉਹਦੇ ਪਰਪੈਂਡੀਕੂਲਰ ਜਾਊਗਾ ਪਲੇਨ ਦੇ। ਵੈਰੀ ਗੁੱਡ, ਬਸ ਜਿਹਨੂੰ ਆ ਦਿਮਾਗ 'ਚ ਦਿਖਣ ਲੱਗ ਗਿਆ ਨਾ ਏਰੀਆ ਵੈਕਟਰ ਦਾ ਕਨਸੈਪਟ, ਸਹੀ ਹੈ, ਬਿਲਕੁਲ ਸਹੀ ਹੈ। ਸੈਕਿੰਡ ਪਾਰਟ ਦਾ ਆਨਸਰ 0 ਹੈ ਜੀ, ਬਹੁਤ ਅੱਛੇ। ਇੱਕ ਰੈਕਟੈਂਗੂਲਰ ਲੂਪ, ਉਹਦਾ ਏਰੀਆ ਦਿੱਤਾ ਹੋਇਆ ਹੈ, ਮੈਗਨੈਟਿਕ ਫੀਲਡ 'ਚ ਰੱਖਿਆ ਹੋਇਆ ਹੈ, ਜਿਹੜਾ ਉਹਦਾ ਪਲੇਨ ਹੈ, मतलब रेक्टेंगुलर लूप का ਜਿਹੜਾ प्लेन है वो 30 डिग्री एंगल ਤੇ है मैग्नेटिक फील्ड ਤੋਂ, ਜਿਹਦੇ ਬਾਰੇ ਮੈਂ ਬਹੁਤ ਵਾਰੀ ਕੀ ਬੋਲ ਚੁੱਕਿਆ ਹਾਂ। ਸੈਕਿੰਡ ਦੇ ਵਿੱਚ ਉਹਦਾ ਜਿਹੜਾ ਪਲੇਨ ਹੈ ਉਹ ਪੈਰਲਲ ਹੈ ਫੀਲਡ ਦੇ, ਮੈਗਨੈਟਿਕ ਫੀਲਡ ਦੇ। ਜਲਦੀ ਜੀ 10 ਮਿੰਟ ਹੀ ਰਹਿ ਗਏ ਆਪਣੇ ਕੋਲੇ। ਇਸ ਤੋਂ ਬਾਅਦ ਮੈਂ ਲਿੰਕ ਨਹੀਂ ਸੈਂਡ ਕਰਦਾ, ਠੀਕ ਹੈ, ਤੁਹਾਨੂੰ ਨੂਮੈਰੀਕਲ ਸੈਂਡ ਕਰੂੰਗਾ, ਤੁਸੀਂ ਉਹ ਨੂਮੈਰੀਕਲਸ ਅੱਜ ਕਰਨੇ ਨੇ ਤੇ ਤੁਹਾਨੂੰ ਨੋਟਸ ਵੀ ਅੱਜ ਮਿਲ ਜਾਣਗੇ। ਕੱਲ ਮੈਂ ਜਾਣ ਕੇ ਨਹੀਂ ਭੇਜੇ ਹੈਗੇ, ਅੱਜ ਇਹ ਕੰਮ ਕੰਪਲੀਟ ਹੋ ਜਾਊਗਾ ਤਾਂ ਤੁਹਾਨੂੰ ਨੋਟਸ ਅੱਜ ਮਿਲ ਜਾਣਗੇ। ਇੰਨਾ ਟਾਈਮ ਬਈ ਬਹੁਤ ਮਾੜੀ ਗੱਲ ਹੈ। ਅੱਛਾ ਫਸਟ ਕੇਸ ਦੇ ਵਿੱਚ ਮੈਨੂੰ ਐਂਗਲ ਹੀ ਦੱਸ ਦਿਓ, ਥੀਟਾ ਕਿੰਨਾ ਹੋਊਗਾ? Sir, 60. ਫਿਰ ਇਹ ਚ ਰਹਿ ਕੀ ਗਿਆ, ਸੌਖਾ ਤਾਂ ਹੈਗਾ। Sir, 9 into 10 raised to the power minus 3. 0.9 into 10 raised to power minus 2. ਬਿਲਕੁਲ ਠੀਕ ਹੈ ਜੀ। यूनिट ਕੀ ਹੋਣਗੇ? ਉਹ ਵੈਬਰ पर मीटर। ਵੈਬਰ। चलो सेकंड क्वेश्चन लिखो फटाफट। आ देखो ਤੁਹਾਨੂੰ ਪਤਾ ਲੱਗ ਜੂ ਕਰੰਟ ਕਿਵੇਂ ਬਣਾਉਣਾਗਾ। a 10 ohm resistance coil has 1000 turns and at a time magnetic flux 5.5 into 10 the power minus 4 Weber passes through it. If the flux falls to मतलब देखो चेंज होगी, फ्लक्स फॉल्स टू 0.5 into 10 the power minus 4 Weber in कितने टाइम्स हुई है? 0.1 सेकंड ਦੇ ਵਿੱਚ। find the EMF generated in the coil and the charge that flows through the coil। हाँ जी, बड़ा सिंपल सा क्वेश्चन है, फॉर्मूला तो हम दसिया हुआ है। EMF 5 volt। कितना जी? 5. 5, वेरी गुड, बहुत अच्छे, 5 वोल्ट। अच्छा चार्ज की मैं कैलकुलेट करोगे?
सर E upon हाँ चार्ज वास्ते मैं दस दें, बिल्कुल ठीक बोल रहे हो। चार्ज वास्ते पहला करंट फाइंड कर लियो, ठीक है। रेजिस्टेंस दिता हुआ है ना, ओम्स लॉ लगा दो, E इज इक्वल टू आई आर। E आ गया 5, R ਤੁਹਾਨੂੰ ਦਿੱਤਾ ਹੋਇਆ 10, ਇਹਦਾ ਮਤਲਬ ਤੁਹਾਡੇ ਕੋਲੇ ਕੀ ਆ ਜਾਊਗਾ, ਇਥੋਂ I ਆ ਜਾਊਗਾ, ਠੀਕ ਹੈ। ਫਿਰ I इज इक्वल टू ਕੀ ਹੁੰਦਾ ਹੈ, Q upon T, रेट ऑफ फ्लो चार्जेस, ਉਹ ਤੋਂ Q कैलकुलेट कर। कितने स्टूडेंट्स ने अपना नाम बोलो जिन्हों का ये कोई क्वेश्चन हो गया? आंसर बोलियो, रिपीट करियो आंसर। 5 वोल्ट हो गया ये। कितने स्टूडेंट्स ने जिन्हों का क्वेश्चन हो गया? सर मनप्रीत, ओके, साक्षी, ओके, एक और किने रेज किया है ना, जशन, सुखप्रीत हो गया, ठीक है जी। प्रियांशु गुड, और बाकी अच्छा नितिश का भी हो गया, वेरी गुड, बहुत अच्छे। अर्शदीप का भी हो गया जी, गुड। बच्चे बहुत सिंपल है, देखो आर सुन दिता हुआ, आर ਨੂੰ ਛੱਡ ਦੋ ਇੱਕ ਵਾਰੀ, n ਦੀ ਵੈਲਿਊ ਕਿੰਨੀ ਹੈ 1000 ਹੈ। अच्छा ਜਿਹੜੀ ਆ ਦਿੱਤੀ ਨਾ 5.5 × 10⁻⁴ ਵੈਬਰ, ਇਹਨੂੰ 5.1 ਮੰਨ ਲਓ, मतलब पहला फ्लक्स है ये। अच्छा दूजी कितनी रहेगी 5.2 कितनी है 0.5 × 10⁻⁴, कितना टाइम 0.1। तो फॉर्मूला पढ़ा सीगा E इज इक्वल टू -n, n की जगह पे आ गया 1000 इंटू, फिर चेंज फाइंड करना है 5.2 - 5.1, 5.2 की वैल्यू पता है, 5.1 की वैल्यू पता है, अपॉन t, t कितना 0.1 सेकंड। इनू सॉल्व करो 5 वोल्ट ਤੁਹਾਡੇ ਕੋਲ आंसर आ जाएगा। नेक्स्ट की करना है, E आ गया, E इज इक्वल टू आई आर, ओम्स लॉ के अकॉर्डिंग, ठीक है। E की वैल्यू 5 वोल्ट है, तो आई आर कितना होगा 10, ਇਹਦਾ ਮਤਲਬ I कितना होगा 5/10 मतलब 1/2, ठीक है। तो I इज इक्वल टू Q अपॉन T, बस उतो Q ਕੱਢ दो। चलो एक क्वेश्चन और लिख लो, 4 मिनट पे ने अपने को। बहुत इंटरेस्टिंग क्वेश्चन है सारे दे। The magnetic flux through a coil perpendicular to its plane, ध्यान रखियो मैग्नेटिक फ्लक्स आ किन्होंने आख्या है, मैग्नेटिक फ्लक्स है जिहड़ी वो कॉइल तो परपेंडिकुलर है, कॉइल दे प्लेन तो परपेंडिकुलर है, एंड डायरेक्टेड into paper is varying according to the relation phi is equal to 5t square plus 10t plus 5 milliweber, मिली मतलब 10⁻³ वेबर। कैलकुलेट EMF induced in the loop at t is equal to 5 सेकंड। लो जी, अच्छा इत्थे एक +1 ਦਾ ਇੱਕ ਇੰਪੋਰਟੈਂਟ ਕਨਸੈਪਟ ਪੜ੍ਹਦੇ ਹੁੰਦੇ ਸੀ, ਉਹ ਲੱਗੂਗਾ, ਕੋਈ ਦੱਸ ਸਕਦਾ ਕੀ ਹੈ ਉਹ? डेरिवेटिव हाँ डेरिवेटिव, वेरी गुड। फ्लक्स ਦਾ डेरिवेटिव फाई ਦਾ डेरिफाइड ਕਿਤੇ ਡਿਪੈਂਡ ਕਰਦੀ ਹੈ t ਤੇ, ਤੇ ਸਾਡੇ ਕੋਲੇ EMF फाइंड करना तरीका ਕੀ है -n d⁵dt, n ਦੀ ਵੈਲਿਊ ਦਿੱਤੀ ਨਹੀਂ ਕੋਈ, ਇਹਦਾ ਮਤਲਬ n ਦੀ ਵੈਲਿਊ ਤਾਂ 1 है, तो E इज इक्वल टू ਕੀ करना है -d⁵dt, बस इतना काम करना है। सर हाँ जी 60 आंसर है, 60 नहीं हैगा यार, वो मिली वेबर है। ओ सॉरी ऐसा सर, कर मैं स्पेशल लिखे है, पर जिथे भी तेरा आंसर आया ਉਹਦੇ ਨਾਲ ਸਾਰੇ ਨਾਲ 0.10⁻³ ना मल्टीप्लाई कर दे, तेरा आंसर सही आ जाऊगा। हाँ जी 10⁻³ हो जाऊगा सर, बस फिर वही है, ਇਹਦਾ मतलब कितना आ गया 0.06 वोल्ट आ गया। हाँ जी बस बच्चे ਦਾ आंसर रहेगा जी, चाहे तो ਤੁਸੀਂ ਐਵੇਂ ਲਿਖ ਲਓ 60 × 10⁻³ वोल्ट,
ਚਾਹੇ ਲਿਖ ਲਓ 0.06 ਵੋਲਟ। ਕਿੰਨੇ ਸਟੂਡੈਂਟ ਨੇ ਜਿਨ੍ਹਾਂ ਦਾ ਇਹ ਆਨਸਰ ਆ ਰਿਹਾ? ਸਰ ਥੀਟਾ ਇੱਥੇ 180 ਹੋਊਗਾ ਸਰ, ਹਾਂਜੀ ਏਰੀਆ ਵੈਕਟਰ ਤੇ ਉਹਦਾ ਫਲਕਸ ਦਾ ਥੀਟਾ ਕਿੰਨਾ ਇਹਦੇ ਵਿੱਚ? ਇਹ ਤਾਂ ਤੁਸੀਂ ਦੇਖੋ ਯਾਰ, ਦੇਖੋ ਆ ਤੁਹਾਨੂੰ ਮੈਗਨੈਟਿਕ ਫਲਕਸ ਦਿੱਤੀ ਹੈ, ਆ ਦੇਖੋ ਮੰਨ ਲਓ ਤੁਸੀਂ ਐਵੇਂ ਪੇਪਰ ਮੰਨ ਲਓ, ਆ ਪੇਪਰ ਹੈ ਮੰਨ ਲਓ ਪਲੇਨ ਹੈ, ਠੀਕ ਹੈ, ਇੱਥੋਂ ਜਿਹੜੀ ਮੈਗਨੈਟਿਕ ਫਲਕਸ ਹੈ ਇਹਦੇ ਪਰਪੈਂਡੀਕੂਲਰ ਹੀ ਐਵੇਂ ਜਾ ਰਹੀਆਂ ਨੇ, ਤਾਂ ਇਹਦਾ ਏਰੀਆ ਵੈਕਟਰ ਕਿਵੇਂ ਹੈ? ਏਰੀਆ ਵੈਕਟਰ ਆ ਲੈ ਲਓ, ਏਰੀਆ ਵੈਕਟਰ ਦਾ ਮੈਗਨੈਟਿਕ ਫੀਲਡ ਨਾਲ ਐਂਗਲ ਕਿੰਨਾ ਹੋ ਗਿਆ? ਚਾਹੇ 0 ਨਾਲ ਕਰ ਲਓ ਚਾਹੇ 180 ਨਾਲ ਕਰ ਲਓ, ਕੋਈ ਫਰਕ ਨਹੀਂ ਪੈਂਦਾ ਹੈਗਾ। ਕਿਉਂ ਨਹੀਂ ਪੈਂਦਾ ਫਰਕ? ਕਿਉਂਕਿ ਇਸ ਦਾ ਮੈਗਨੀਟਿਊਡ ਕੰਸੀਡਰ ਕਰਨਾ ਹੁੰਦਾ ਹੈ। अच्छा प्रियंशु ਦਾ ਹੋ ਗਿਆ ਹੈ ਆਨਸਰ? ਹੋ ਗਿਆ ਸਰ। ਆਪਾਂ ਬੱਚੇ ਸੀਗੇ, ਚਲੋ ਹਾਂਜੀ ਕਲੀਅਰ। ਅਰਸ਼ਦੀਪ ਦਾ ਵੀ ਹੋ ਗਿਆ, ਗੁੱਡ। ਤਾਂ ਇਹੋ ਜਿਹੇ ਨੂਮੈਰੀਕਲਸ ਤੁਹਾਨੂੰ ਮੈਂ ਅੱਜ ਭੇਜੂਗਾ, ਠੀਕ ਹੈ, ਤੇ ਤੁਹਾਨੂੰ ਅੱਜ ਨੋਟਸ ਮੈਂ ਸੈਂਡ ਕਰ ਰਿਹਾਗਾ। ਤੇ ਇਹ ਚੈਪਟਰ ਨੂੰ ਪੂਰਾ ਮਤਲਬ ਯਾਨੀ ਕਿ ਨਾ ਪਹਿਲੀ ਵਾਰ 'ਚ ਇੰਨੇ ਵਧੀਆ ਤਰੀਕੇ ਨਾਲ ਕਰ ਲਓ ਵੀ ਦੁਬਾਰਾ ਨਾ ਪੜ੍ਹਨਾ ਪਵੇ, ਕਿਉਂਕਿ ਜੇ ਤੁਸੀਂ ਇਹ ਚੈਪਟਰ ਦੁਬਾਰਾ ਪੜ੍ਹਨ ਲੱਗੇ ਤਾਂ ਯਕੀਨ ਕਰਿਓ ਔਖੇ ਹੋ ਜਾਓਗੇ, ਕਿਉਂਕਿ ਇਹਦੇ ਵਿੱਚ ਇੰਨੇ ਜ਼ਿਆਦਾ ਟੌਪਿਕ ਨੇ। ਓਕੇ, ਥੈਂਕ ਯੂ, ਟੇਕ ਕੇਅਰ।